ਵੈਲਕਮ ਟੂ ਐਕਸਲੇਟਰ ਕਲਾਸਿਸ। ਅੱਜ ਅਸੀਂ ਇਸ ਕਲਾਸ ਦੇ ਵਿੱਚ ਇਫੈਕਟ ਆਫ ਕਰੰਟ ਦਾ ਨੈਕਸਟ ਆਰਟੀਕਲ ਦੇਖਾਂਗੇ ਤੇ ਇਸ ਆਰਟੀਕਲ ਦੇ ਵਿੱਚ ਅਸੀਂ ਦੇਖਾਂਗੇ ਕਿ ਅਸੀਂ ਗਲਵੈਨੋਮੀਟਰ ਤੋਂ ਐਮੀਟਰ ਕਿਵੇਂ ਬਣਾ ਸਕਦੇ ਹਾਂ ਤੇ ਗਲਵੈਨੋਮੀਟਰ ਤੋਂ ਵੋਲਟਮੀਟਰ ਕਿਵੇਂ ਬਣਾ ਸਕਦੇ ਹਾਂ। ਜਿਵੇਂ ਕਿ ਅਸੀਂ ਪੜ੍ਹਿਆ ਵਾ ਕਿ ਗਲਵੈਨੋਮੀਟਰ ਦੇ ਵਿੱਚ ਕੀ ਆ, ਇੱਕ ਰੈਕਟੈਂਗੂਲਰ ਕੋਇਲ ਆ ਤੇ ਜਦੋਂ ਉਸ ਕੋਇਲ ਦੇ ਵਿੱਚੋਂ ਕਰੰਟ ਪਾਸ ਹੁੰਦਾ ਵਾ ਤੇ ਉਹ ਕੀ ਆ, ਟਾਰਕ ਐਕਸਪੀਰੀਅੰਸ ਕਰਦੀ ਆ ਤੇ ਅਸੀਂ ਉਸੇ ਹੀ ਗਲਵੈਨੋਮੀਟਰ ਨੂੰ ਮੋਡੀਫਾਈ ਕਰਕੇ ਕੀ ਆ, ਐਂਪੀਅਰ ਮੀਟਰ ਵੀ ਬਣਾ ਸਕਦੇ ਹਾਂ ਜਿਹਦੇ ਨਾਲ ਅਸੀਂ ਕਰੰਟ ਨੋਟ ਕਰਨਾ ਵਾ ਤੇ ਵੋਲਟ ਮੀਟਰ ਵੀ ਬਣਾ ਸਕਦੇ ਹਾਂ ਜਿਹਦੇ ਨਾਲ ਅਸੀਂ ਕੀ ਆ, ਪੋਟੈਂਸ਼ੀਅਲ ਡਿਫਰੈਂਸ ਨੋਟ ਕਰਨਾ ਵਾ। ਸੋ ਸ਼ੁਰੂ ਕਰਦੇ ਹਾਂ। ਐਮੀਟਰ ਫਰੋਮ ਗਲਵੈਨੋਮੀਟਰ। ਜਦੋਂ ਅਸੀਂ ਇੱਕ ਗਲਵੈਨੋਮੀਟਰ ਨੂੰ ਐਮੀਟਰ ਦੇ ਵਿੱਚ ਕਨਵਰਟ ਕਰਦੇ ਹਾਂ ਨਾ ਤੇ ਅਸੀਂ ਕੀ ਕਰਦੇ ਹਾਂ, ਇੱਕ ਰਜਿਸਟੈਂਸ ਲਗਾਉਂਦੇ ਹਾਂ ਇਹਦੇ ਪੈਰਲਲ ਤੇ ਇਹ ਜਿਹੜੀ ਰਜਿਸਟੈਂਸ ਆ ਨਾ, ਮਤਲਬ ਇਹਨੂੰ ਮੈਂ RS ਨਾਲ ਲਿਖ ਦਿੰਦਾ। RS ਦਾ ਮਤਲਬ ਆ ਕਿ ਸ਼ੰਟ ਦੀ ਰਜਿਸਟੈਂਸ ਆ ਜਿਹੜੀ, ਤੇ ਗਲਵੈਨੋਮੀਟਰ ਦੀ ਰਜਿਸਟੈਂਸ ਨੂੰ ਆਪਾਂ RG ਲਿਖ ਦਿੰਦੇ ਹਾਂ। ਹੁਣ ਇਸ ਜਗ੍ਹਾ ਤੇ ਕੀ ਆ, ਦੋ ਰਜਿਸਟੈਂਸਸ ਲੱਗੀਆਂ ਹੋਈਆਂ ਵਾ ਪੈਰਲਲ, ਤੇ ਇਹਦੇ ਵਿੱਚ ਕੀ ਆ, ਇਹਦੇ ਵਿੱਚ ਸਾਨੂੰ ਪਤਾ ਵਾ ਕਿ ਜਿਹੜੀ ਗਲਵੈਨੋਮੀਟਰ ਦੀ ਰਜਿਸਟੈਂਸ ਹੁੰਦੀ ਨਾ ਉਹ ਬਹੁਤ ਵੱਡੀ ਹੁੰਦੀ ਆ ਐਜ਼ ਕੰਪੇਅਰ ਟੂ ਸ਼ੰਟ ਰਜਿਸਟੈਂਸ, ਕਿਉਂਕਿ ਅਸੀਂ ਪੜ੍ਹਿਆ ਨਾ ਕਿ ਗਲਵੈਨੋਮੀਟਰ ਕੀ ਆ, ਸਮੌਲ ਕਰੰਟ ਨੂੰ ਨੋਟ ਕਰ ਸਕਦਾ ਵਾ। ਹੁਣ ਅਸੀਂ ਚਾਹੁੰਦੇ ਆ ਕਿ ਸਮੌਲ ਕਰੰਟ ਇੱਧਰ ਦੀ ਜਾਵੇ ਤੇ ਜਿਹੜਾ ਮੈਕਸਿਮਮ ਕਰੰਟ ਵਾ ਉਹ ਕਿੱਧਰ ਦੀ ਜਾਵੇ, ਉਹ ਸ਼ੰਟ ਦੇ ਰਾਹੀਂ ਜਾਵੇ। ਹੁਣ ਸਮੌਲ ਕਰੰਟ ਤੇ ਤਾਂ ਹੀ ਇੱਧਰ ਦੀ ਜਾਏਗਾ ਜੇ ਗਲਵੈਨੋਮੀਟਰ ਦੀ ਰਜਿਸਟੈਂਸ ਵੱਡੀ ਹੋਊਗੀ ਤੇ ਇਹਦੀ ਛੋਟੀ ਹੋਊਗੀ, ਫਿਰ ਹੀ ਸਾਨੂੰ ਇਹ ਜਿਹੜੀ ਸਥਿਤੀ ਮਿਲਣ ਵਾਲੀ ਆ। ਮੈਂ ਕਿਹਾ ਵਾ ਕਿ ਅਸੀਂ ਚਾਹੁੰਦੇ ਹਾਂ ਕਿ ਗਲਵੈਨੋਮੀਟਰ ਦੇ ਰਾਹੀਂ ਕਰੰਟ ਜਿਹੜਾ ਘੱਟ ਜਾਵੇ। ਜੇ ਗਲਵੈਨੋਮੀਟਰ ਦੇ ਰਾਹੀਂ ਕਰੰਟ ਘੱਟ ਭੇਜਣਾ ਵਾ ਤੇ ਗਲਵੈਨੋਮੀਟਰ ਦੀ ਜਿਹੜੀ ਰਜਿਸਟੈਂਸ ਆ ਉਹ ਜ਼ਿਆਦਾ ਹੋਣੀ ਚਾਹੀਦੀ ਆ, ਤੇ ਅਸੀਂ ਚਾਹੁੰਦੇ ਮੈਕਸਿਮਮ ਕਰੰਟ ਕਿੱਧਰ ਦੀ ਜਾਵੇ, ਉਹ ਸ਼ੰਟ ਦੇ ਰਾਹੀਂ ਜਾਵੇ। ਇਹਦਾ ਮਤਲਬ ਜਿਹੜਾ ਮੈਕਸਿਮਮ ਕਰੰਟ ਸ਼ੰਟ ਰਾਹੀਂ ਭੇਜਣਾ ਵਾ ਤੇ ਫਿਰ ਸ਼ੰਟ ਦੀ ਰਜਿਸਟੈਂਸ ਕੀ ਆ, ਉਹ ਸਾਨੂੰ ਘੱਟ ਲੈਣੀ ਪੈਣੀ ਆ। ਸੋ ਇੱਥੇ ਕੀ ਆ, ਸਾਡੇ ਕੋਲੋਂ ਇਸ ਤਰੀਕੇ ਦੀ ਇਹ ਅਰੇਂਜਮੈਂਟ ਆ। ਹੁਣ ਮੰਨ ਲਓ ਕਿ ਇਹ ਜਿਹੜਾ ਗਲਵੈਨੋਮੀਟਰ ਵਾ ਇਹਦੀ ਫੁੱਲ ਸਕੇਲ ਡਿਫਲੈਕਸ਼ਨ ਹੈਗੀ ਆ, ਫੁੱਲ ਸਕੇਲ ਡਿਫਲੈਕਸ਼ਨ ਕਰੰਟ ਦੇ ਨਾਲ IG, ਮਤਲਬ ਕਿ ਇਹ ਮੈਕਸਿਮਮ ਆਪਣੇ ਅੰਦਰੋਂ ਕਿੰਨਾ ਕਰੰਟ ਜਿਹੜਾ ਵਾ ਬਰਦਾਸ਼ਤ ਕਰ ਸਕਦਾ ਵਾ, IG ਕਰੰਟ ਬਰਦਾਸ਼ਤ ਕਰ ਸਕਦਾ ਵਾ। ਜਾਂ ਮੈਂ ਇੱਦਾਂ ਕਹਾਂ ਕਿ ਜਦੋਂ ਇਹਦੇ ਅੰਦਰ IG ਕਰੰਟ ਫਲੋ ਕਰਦਾ ਵਾ ਨਾ, ਉਦੋਂ ਕੀ ਆ, ਇਹ ਗਲਵੈਨੋਮੀਟਰ ਆਪਣੀ ਮੈਕਸਿਮਮ ਡਿਫਲੈਕਸ਼ਨ ਦਿੰਦਾ ਵਾ। ਤੇ ਜੇ ਅਸੀਂ IG ਤੋਂ ਜ਼ਿਆਦਾ ਕਰੰਟ ਭੇਜਾਂਗੇ ਤੇ ਇਹ ਗਲਵੈਨੋਮੀਟਰ ਦੀਆਂ ਕੋਇਲਸ ਕੀ ਆ, ਸੜ ਜਾਣਗੀਆਂ। ਪਰ ਫਿਰ ਵੀ ਜੇਕਰ ਅਸੀਂ ਭੇਜਣਾ ਵਾ ਤੇ ਅਸੀਂ ਕਿੱਦਾਂ ਭੇਜ ਸਕਦੇ ਹਾਂ ਜ਼ਿਆਦਾ ਕਰੰਟ, ਇੱਕ ਸ਼ੰਟ ਲਗਾ ਕੇ। ਹੁਣ ਅਸੀਂ ਮੰਨ ਲਓ ਇਧਰੋਂ ਕੀ ਆ, ਇਧਰੋਂ ਅਸੀਂ I ਕਰੰਟ ਬਣਾ ਲਿਆ ਜਾਂ ਭੇਜ ਰਹੇ ਹਾਂ। ਜੇਕਰ I ਕਰੰਟ ਭੇਜ ਰਹੇ ਹਾਂ ਤਾਂ ਸਾਨੂੰ ਪਤਾ ਵਾ ਕਿ ਇੱਧਰ ਕਿੰਨਾ ਕਰੰਟ ਗਿਆ, IG ਕਰੰਟ ਗਿਆ। ਅਸੀਂ ਸ਼ੰਟ ਦੀ ਵੈਲਿਊ ਨੂੰ ਇਸ ਹਿਸਾਬ ਦੇ ਨਾਲ ਹੀ ਐਡਜਸਟ ਕਰਨਾ ਵਾ ਸੋ ਦੈਟ ਕਿ IG ਕਰੰਟ ਇੱਧਰ ਜਾਵੇ ਤੇ ਬਾਕੀ ਸਾਰਾ ਜਿਹੜਾ ਰਹਿੰਦਾ ਪੋਰਸ਼ਨ ਆ ਉਹ ਕਿੱਧਰ ਜਾਵੇ, ਉਹ ਉੱਪਰੋਂ ਦੀ ਜਾਵੇ। ਮਤਲਬ ਇਹਦੇ ਵਿੱਚ ਵੱਡਾ ਕਰੰਟ ਕਿਹੜਾ ਵਾ, ਸਾਨੂੰ ਪਤਾ ਵਾ ਕਿ ਇਹਦੇ ਵਿੱਚ ਇਹ ਵਾਲਾ ਜਿਹੜਾ ਕਰੰਟ ਵਾ ਨਾ ਇਹ ਕੀ ਆ, ਲਾਰਜ ਆ, ਤੇ ਇਹ ਕਰੰਟ ਕੀ ਆ, ਸਮੌਲ ਆ। ਹੁਣ ਆਪਾਂ ਇਸ ਹਿਸਾਬ ਦੇ ਨਾਲ ਸ਼ੰਟ ਨੂੰ ਐਡਜਸਟ ਕਰਨਾ ਵਾ ਸੋ ਦੈਟ ਕਿ ਗਲਵੈਨੋਮੀਟਰ ਦੇ ਰਾਹੀਂ ਜਿਹੜਾ ਵਾ ਉਹ ਸਿਰਫ ਉਹਦੀ ਅਬਿਲਿਟੀ ਮੁਤਾਬਕ, ਉਹਦੀ ਮੈਕਸਿਮਮ ਸ਼ਮਤਾ ਦੇ ਮੁਤਾਬਕ ਹੀ ਕਰੰਟ ਜਾਵੇ ਤੇ ਬਾਕੀ ਸਾਰਾ ਜਿਹੜਾ ਵਾ ਉਹ ਸ਼ੰਟ ਦੇ ਰਾਹੀਂ ਚਲਾ ਜਾਵੇ। ਹੁਣ ਜਿਹੜਾ ਸਾਡਾ ਆਰਟੀਕਲ ਆ, ਜਿਵੇਂ ਸਾਨੂੰ ਬੋਰਡ ਦੇ ਵਿੱਚ ਕੁਐਸਚਨ ਹੁੰਦਾ, ਸਾਨੂੰ ਬੋਰਡ ਦੇ ਵਿੱਚ ਕੁਐਸਚਨ ਇਹ ਆਉਣਾ ਵਾ ਕਿ ਤੁਸੀਂ ਗਲਵੈਨੋਮੀਟਰ ਤੋਂ ਐਮੀਟਰ ਬਣਾਓ, ਪਰ ਜਿਹੜਾ ਐਮੀਟਰ ਬਣਾਉਣਾ ਵਾ ਨਾ ਉਹਦੀ ਰੇਂਜ ਕੀ ਹੋਣੀ ਚਾਹੀਦੀ ਆ, ਉਹਦੀ ਰੇਂਜ ਵੀ ਕਈ ਵਾਰੀ ਸਪੈਸੀਫਾਈ ਕੀਤੀ ਹੁੰਦੀ ਆ, 0 ਤੋਂ ਲੈ ਕੇ I ਤੱਕ ਦੀ ਰੇਂਜ ਹੋਣੀ ਚਾਹੀਦੀ ਆ। ਹੁਣ I ਦੀ ਜਗ੍ਹਾ ਤੇ ਆਪਾਂ 5 ਵੀ ਭਰ ਸਕਦੇ ਆ, 10 ਵੀ ਭਰ ਸਕਦੇ ਆ, 20 ਐਂਪੀਅਰ ਵੀ ਭਰ ਸਕਦੇ ਆ। ਜਨਰਲ ਸਾਨੂੰ ਜਿਹੜਾ ਕੁਐਸਚਨ ਪੁੱਛਿਆ ਜਾਂਦਾ ਬੋਰਡ ਦੇ ਵਿੱਚ, ਉੱਥੇ ਇਹ ਕਿਹਾ ਜਾਂਦਾ ਵਾ ਕਿ ਇਸਦਾ ਇੱਕ ਐਮੀਟਰ ਬਣਾਓ ਗਲਵੈਨੋਮੀਟਰ ਤੋਂ, ਤੇ ਅਸੀਂ ਇਦਾਂ ਹੀ ਲਿਖ ਲੈਣਾ ਵਾ ਕਿ ਅਸੀਂ I ਰੇਂਜ ਦਾ ਗਲਵੈਨੋਮੀਟਰ ਬਣਾ ਰਹੇ ਹਾਂ, ਠੀਕ ਆ। ਤੇ IG ਕੀ ਆ, ਫੁੱਲ ਸਕੇਲ ਡਿਫਲੈਕਸ਼ਨ ਆ, ਇਹਦੀ ਮਤਲਬ ਫੁੱਲ ਸਕੇਲ ਕਰੰਟ ਵਾ, ਇਹਦੇ ਵਿੱਚ ਕਿੰਨਾ ਕਰੰਟ ਜਾ ਸਕਦਾ ਵਾ। ਬਾਕੀ ਸਾਰਾ ਅਸੀਂ ਕਿੱਧਰ ਭੇਜਣਾ ਵਾ, ਅਸੀਂ ਸ਼ੰਟ ਦੇ ਰਾਹੀਂ ਭੇਜਣਾ ਵਾ। ਹੁਣ ਦੇਖੋ ਇੱਥੇ ਮੈਂ A ਲਿਖ ਦਿੰਦਾ, ਇੱਥੇ ਮੈਂ ਲਿਖ ਦਿੰਦਾ B, ਤੇ ਜੇਕਰ ਮੈਂ ਕਹਾਂ ਪੋਟੈਂਸ਼ੀਅਲ ਡਿਫਰੈਂਸ ਬਿਟਵੀਨ A ਐਂਡ B, ਪੋਟੈਂਸ਼ੀਅਲ ਡਿਫਰੈਂਸ A ਤੇ B ਦਾ, ਪੋਟੈਂਸ਼ੀਅਲ ਡਿਫਰੈਂਸ ਆਪਾਂ ਦੋ ਤਰੀਕਿਆਂ ਨਾਲ ਪਤਾ ਕਰ ਸਕਦੇ ਹਾਂ। ਇੱਕ ਅਸੀਂ ਪਤਾ ਕਰ ਸਕਦੇ ਹਾਂ ਇੱਧਰ ਦੀ ਸ਼ੰਟ ਦੇ ਜ਼ਰੀਏ, ਇਸ ਰਸਤੇ ਦੇ ਥਾਣੀ, ਤੇ ਦੂਸਰਾ ਅਸੀਂ ਪੋਟੈਂਸ਼ੀਅਲ ਡਿਫਰੈਂਸ ਪਤਾ ਕਰ ਸਕਦੇ ਹਾਂ ਇਸ ਰਸਤੇ ਦੇ ਥਾਣੀ, ਕਿਉਂਕਿ ਇਹ ਦੋਨੋਂ ਰਸਤੇ ਕੀ ਆ, A ਤੋਂ B ਤੱਕ ਪਹੁੰਚਦੇ ਆ, ਇਹ ਵਾਲੇ ਦੋਨੋਂ ਹੀ ਰਸਤੇ।
ਅਸੀਂ ਪਹਿਲਾਂ ਕਰਦੇ ਹਾਂ ਗਲਵੈਨੋਮੀਟਰ ਵਾਲੇ ਰਸਤੇ ਦੇ ਥਾਣੀ ਜਿਹੜਾ ਵਾ ਪੋਟੈਂਸ਼ੀਅਲ ਡਿਫਰੈਂਸ ਨੋਟ ਕਰਦੇ ਹਾਂ ਤੇ ਸਾਨੂੰ ਪਤਾ ਵਾ ਪੋਟੈਂਸ਼ੀਅਲ ਡਿਫਰੈਂਸ ਦਾ ਫਾਰਮੂਲਾ ਕੀ ਹੁੰਦਾ ਵਾ V = IR। IR ਵਾ ਤੇ ਇੱਧਰ I ਕਿੰਨਾ ਵਾ, ਇੱਧਰ ਹੈਗਾ ਵਾ IG ਤੇ ਇੱਧਰ ਰੈਜ਼ਿਸਟੈਂਸ ਕਿੰਨੀ ਆ, ਗਲਵੈਨੋਮੀਟਰ ਦੀ ਰੈਜ਼ਿਸਟੈਂਸ ਹੈਗੀ ਆ RG। ਠੀਕ ਆ, ਇਹ ਸਾਡਾ ਕੀ ਆ ਗਲਵੈਨੋਮੀਟਰ ਦੇ ਥਰੂ ਆ, ਮਤਲਬ ਥਰੂ ਗਲਵੈਨੋਮੀਟਰ ਅਸੀਂ ਪੋਟੈਂਸ਼ੀਅਲ ਡਿਫਰੈਂਸ ਨੋਟ ਕੀਤਾ। ਹੁਣ ਅਸੀਂ ਪੋਟੈਂਸ਼ੀਅਲ ਡਿਫਰੈਂਸ A ਤੇ B ਦੇ ਵਿੱਚ ਨੋਟ ਕਰਨਾ ਵਾ, ਪਰ ਕਰਨਾ ਕਿੱਦਾਂ ਵਾ, ਸ਼ੰਟ ਦੇ ਜ਼ਰੀਏ ਕਰਨਾ ਵਾ। ਤੇ ਅਸੀਂ ਸ਼ੰਟ ਦੇ ਜ਼ਰੀਏ ਕਰਦੇ ਹਾਂ। ਸਾਡੇ ਕੋਲੋਂ ਸ਼ੰਟ ਦੇ ਜ਼ਰੀਏ ਕਰੰਟ ਕਿੰਨਾ ਗਿਆ, I - IG ਤੇ ਇੱਥੇ RS, ਇਹ ਕੀ ਆ ਥਰੂ ਸ਼ੰਟ। ਅਸੀਂ ਸ਼ੰਟ ਦੇ ਥਰੂ ਪਤਾ ਕੀਤਾ। ਹੁਣ ਦੇਖੋ ਆਪਾਂ ਇੱਕੋ ਜਗ੍ਹਾ ਦਾ ਪੋਟੈਂਸ਼ੀਅਲ ਡਿਫਰੈਂਸ ਦੋ ਨਜ਼ਰੀਏ ਦੇ ਨਾਲ, ਦੋ ਤਰੀਕਿਆਂ ਦੇ ਨਾਲ ਕੈਲਕੂਲੇਟ ਕੀਤਾ ਵਾ। ਹੈਗਾ ਤੇ ਇੱਕੋ ਜਗ੍ਹਾ ਦਾ ਹੀ ਆ ਨਾ, A ਤੇ B ਦਾ। ਇਹਦਾ ਮਤਲਬ ਭਾਵੇਂ ਤੁਸੀਂ ਰਸਤੇ ਬਦਲੇ ਆ, ਭਾਵੇਂ ਗਲਵੈਨੋਮੀਟਰ ਵਾਲਾ ਰਸਤਾ ਰੱਖਿਆ ਵਾ, ਭਾਵੇਂ ਤੁਸੀਂ ਸ਼ੰਟ ਵਾਲਾ ਰਸਤਾ ਰੱਖਿਆ ਵਾ, ਦੋਨੋਂ ਰਸਤੇ ਕੀ ਆ ਇੱਕੋ ਹੀ ਮਤਲਬ ਕੇਸ ਨੂੰ ਸਟੱਡੀ ਕਰਦੇ ਪਏ ਆ, ਇੱਕੋ ਜਗ੍ਹਾ ਦਾ ਹੀ ਪੋਟੈਂਸ਼ੀਅਲ ਡਿਫਰੈਂਸ ਦੱਸਦੇ ਪਏ ਆ A ਤੇ B ਦਾ। ਇਹਦਾ ਮਤਲਬ ਇਹ ਦੋਨੋਂ ਕੀ ਹੋਣੇ ਚਾਹੀਦੇ ਆ, ਇਹ ਦੋਨੋਂ ਬਰਾਬਰ ਹੋਣੇ ਚਾਹੀਦੇ ਆ। ਅਸੀਂ ਇਹਦੇ ਵਿੱਚੋਂ ਥੋੜਾ ਜਿਹਾ ਫਿਜ਼ੀਕਲ ਸੈਂਸ ਵੀ ਕੱਢ ਲਵਾਂਗੇ। ਹੁਣ ਦੇਖੋ ਜਿਵੇਂ ਆਪਾਂ ਕਿਹਾ ਸੀ ਕਿ ਗਲਵੈਨੋਮੀਟਰ ਦੀ ਰੈਜ਼ਿਸਟੈਂਸ ਜਿਹੜੀ ਆ ਸ਼ੰਟ ਦੇ ਨਾਲੋਂ ਵੱਡੀ ਆ, ਮਤਲਬ ਇਹ ਕੀ ਆ, ਵੱਡੀ ਆ। ਤੇ ਜੇ ਇਹ ਵੱਡੀ ਆ ਨਾ ਤੇ ਫਿਰ ਇਧਰੋਂ ਦੀ ਕਰੰਟ ਕਿੰਨਾ ਜਾਣਾ ਵਾ, ਛੋਟਾ ਜਾਣਾ ਵਾ। ਤੇ ਅਸੀਂ ਕਿਹਾ ਸ਼ੰਟ ਜਿਹੜੀ ਰੈਜ਼ਿਸਟੈਂਸ ਆ ਉਹ ਬਹੁਤ ਛੋਟੀ ਆ, ਤੇ ਜੇ ਰੈਜ਼ਿਸਟੈਂਸ ਛੋਟੀ ਆ ਤੇ ਸਾਨੂੰ ਪਤਾ ਇਹਦੇ ਚ ਕਰੰਟ ਕੀ ਜਾਣਾ ਵਾ, ਕਰੰਟ ਵੱਡਾ ਜਾਣਾ ਵਾ। ਸਾਡੀ ਇਹ ਜਿਹੜੀ ਇਕੁਏਸ਼ਨ ਆ ਨਾ ਮੈਥਮੈਟਿਕਲੀ ਬੈਲੈਂਸ ਹੋ ਸਕਦੀ ਆ ਕਿ ਛੋਟੇ ਤੇ ਵੱਡਾ, ਇੱਧਰ ਤੇ ਵੱਡਾ ਤੇ ਛੋਟਾ, ਮਤਲਬ ਜੇਕਰ ਇੱਧਰ ਕਰੰਟ ਛੋਟਾ ਵਾ ਤੇ ਇੱਧਰ ਕਰੰਟ ਵੱਡਾ ਵਾ, ਉਹਦੇ ਕੋਰਸਪੋਂਡਿੰਗ ਇਹਦੇ ਵਿੱਚ ਰੈਜ਼ਿਸਟੈਂਸ ਵੱਡੀ ਆ ਤੇ ਇਹਦੇ ਵਿੱਚ ਰੈਜ਼ਿਸਟੈਂਸ ਛੋਟੀ ਆ, ਤੇ ਇਹਨਾਂ ਦੀ ਜਿਹੜੀ ਆ ਮਲਟੀਪਲੀਕੇਸ਼ਨ ਆ ਉਹਦੇ ਵਿੱਚ ਕੀ ਆ ਇਕੁਅਲ ਸਾਈਨ ਐਡਜਸਟ ਕਰ ਸਕਦਾ ਵਾ, ਮਤਲਬ ਰਹਿ ਸਕਦਾ ਵਾ। ਸੋ ਸਾਡੇ ਕੋਲੋਂ ਇਹ ਚੀਜ਼ ਆਈ ਆ। ਹੁਣ ਆਪਾਂ ਇੱਥੋਂ ਕੀ ਕਰਦੇ ਹਾਂ, ਆਪਾਂ ਇੱਥੋਂ ਸ਼ੰਟ ਦੀ ਵੈਲਿਊ ਕੱਢਦੇ ਹਾਂ। ਜੇਕਰ ਅਸੀਂ ਸ਼ੰਟ ਦੀ ਵੈਲਿਊ ਕੱਢਦੇ ਹਾਂ RS ਤੇ ਸਾਡੇ ਕੋਲੋਂ ਕੀ ਵੈਲਿਊ ਆਏਗੀ, IG/1 - IG ਤੇ RG। ਇਹ ਕੀ ਆ ਸਾਡੇ ਕੋਲੋਂ, ਇਹ ਸਾਡੇ ਕੋਲੋਂ ਸ਼ੰਟ ਦੀ ਵੈਲਿਊ ਆ। ਦੇਖੋ ਇਹਦੇ ਤੋਂ ਹੀ ਅਸੀਂ ਸਮਝਣਾ ਵਾ। ਹੁਣ ਦੇਖੋ ਸਾਨੂੰ ਕਿਹਾ ਜਾਂਦਾ ਵਾ ਕਿ ਉਹ 5 ਐਂਪੀਅਰ ਦਾ ਜਿਹੜਾ ਵਾ ਉਹ ਤੁਸੀਂ ਕੀ ਕਰਨਾ ਵਾ, ਐਮੀਟਰ ਬਣਾਉਣਾ ਵਾ। ਤੇ ਜੇਕਰ ਤੁਸੀਂ 5 ਐਂਪੀਅਰ ਦਾ ਜਿਹੜਾ ਵਾ ਐਮੀਟਰ ਬਣਾਉਣਾ ਵਾ ਗਲਵੈਨੋਮੀਟਰ ਤੋਂ, ਤੇ ਤੁਹਾਨੂੰ ਕੀ ਪਤਾ ਹੋਣਾ ਚਾਹੀਦਾ ਵਾ, ਤੁਹਾਨੂੰ ਪਤਾ ਹੋਣਾ ਚਾਹੀਦਾ ਵਾ ਕਿ 5 ਐਂਪੀਅਰ ਦਾ ਮੀਟਰ ਬਣਾਉਣ ਵਾਸਤੇ ਸ਼ੰਟ ਕਿੰਨੀ ਲਗਾਉਣੀ ਪੈਣੀ ਆ। ਤੇ ਅਸੀਂ ਸ਼ੰਟ ਇਸ ਫਾਰਮੂਲੇ ਦੇ ਨਾਲ ਕੈਲਕੂਲੇਟ ਕਰ ਲਵਾਂਗੇ। ਪਰ ਇਸ ਫਾਰਮੂਲੇ ਦੇ ਨਾਲ ਕੈਲਕੂਲੇਟ ਕਰਨ ਤੋਂ ਪਹਿਲਾਂ ਸਾਨੂੰ ਕੁਝ ਚੀਜ਼ਾਂ ਦੀ ਜਾਣਕਾਰੀ ਹੋਣੀ ਜ਼ਰੂਰੀ ਆ, ਜਿਵੇਂ ਕਿ RG ਮਤਲਬ ਗਲਵੈਨੋਮੀਟਰ ਦੀ ਇੰਟਰਨਲ ਰੈਜ਼ਿਸਟੈਂਸ ਕਿੰਨੀ ਆ। ਇੱਕ ਸਾਨੂੰ ਜਾਣਕਾਰੀ ਹੋਣੀ ਚਾਹੀਦੀ ਆ ਗਲਵੈਨੋਮੀਟਰ ਦੀ ਫਿਗਰ ਆਫ ਮੈਰਿਟ ਦੀ। ਫਿਗਰ ਆਫ ਮੈਰਿਟ ਦਾ ਮਤਲਬ ਇਹ ਆ ਕਿ ਜਦੋਂ ਗਲਵੈਨੋਮੀਟਰ ਦੀ ਨੀਡਲ ਜਿਹੜੀ ਆ ਉਹ ਪਹਿਲੀ ਸਕੇਲ ਦੇ ਉੱਪਰ ਪਹੁੰਚਦੀ ਆ, ਉਸ ਸਮੇਂ ਉਹਦੇ ਵਿੱਚ ਕਿੰਨਾ ਕਰੰਟ ਵਾ। ਕਿਉਂਕਿ ਜਿਹੜਾ ਸਾਡਾ ਗਲਵੈਨੋਮੀਟਰ ਹੁੰਦਾ ਨਾ, ਤੁਸੀਂ ਗਲਵੈਨੋਮੀਟਰ ਦੇਖਿਆ ਹੋਏਗਾ, ਗਲਵੈਨੋਮੀਟਰ ਦੇ ਵਿੱਚ ਸੈਂਟਰ ਦੇ ਵਿੱਚ ਹੁੰਦੀ ਆ 0, ਇੱਧਰ 1 2 3 4, ਇੱਥੇ ਵੀ ਕੀ ਆ 1 2 3 4, ਇਸ ਤਰੀਕੇ ਨਾਲ। ਤੇ ਨੀਡਲ ਕਿੱਥੇ ਠਹਿਰਦੀ ਆ, ਨੀਡਲ ਠਹਿਰਦੀ ਆ 0 ਦੇ ਉੱਤੇ। ਹੁਣ ਇਹਦੇ ਵਿੱਚ ਕੋਈ ਯੂਨਿਟ ਨਹੀਂ ਲਿਖਿਆ ਹੁੰਦਾ ਵੀ ਇਹ ਜੇ ਮੰਨ ਲਓ ਨੀਡਲ 3 ਤੇ ਆ ਗਈ ਆ ਤਾਂ 3 ਦਾ ਕੀ ਮਤਲਬ ਆ, ਨਾ ਤਾਂ 3 ਦਾ ਮਤਲਬ 3 ਵੋਲਟ ਆ, ਨਾ 3 ਦਾ ਮਤਲਬ ਐਂਪੀਅਰ ਆ ਜਾਂ ਮਿਲੀ ਐਂਪੀਅਰ ਆ। ਇਹਦੇ ਉੱਤੇ ਕੋਈ ਯੂਨਿਟ ਨਹੀਂ ਲਿਖਿਆ ਹੁੰਦਾ। ਇਹਦੇ ਵਿੱਚ ਸਾਨੂੰ ਫਿਗਰ ਆਫ ਮੈਰਿਟ ਕੱਢਣੀ ਪੈਂਦੀ ਆ। ਫਿਗਰ ਆਫ ਮੈਰਿਟ ਦਾ ਮਤਲਬ ਆ ਕਿ ਜੇਕਰ ਅਸੀਂ ਇਹਨੂੰ ਕਰੰਟ ਦੇ ਤੌਰ ਤੇ ਯੂਜ਼ ਕਰਨਾ ਵਾ ਨਾ, ਕਰੰਟ ਨੋਟ ਕਰਨ ਵਾਸਤੇ, ਤੇ ਪਹਿਲਾਂ ਅਸੀਂ ਇਹ ਪਤਾ ਕਰੀਏ ਕਿ ਇਹਦੀ ਇੱਕ ਡਿਵੀਜ਼ਨ ਦਾ ਕਿੰਨਾ ਮੁੱਲ ਵਾ। ਕਿ ਜਦੋਂ ਨੀਡਲ ਇੱਕ ਡਿਵੀਜ਼ਨ ਤੇ ਆਊਗੀ ਨਾ, ਉਦੋਂ ਅਸੀਂ ਕਹੀਏ ਕਿ ਕਿੰਨਾ ਜਿਹੜਾ ਵਾ ਉਹ ਕਰੰਟ ਇਹਦੇ ਵਿੱਚੋਂ ਪਾਸ ਹੋ ਰਿਹਾ ਵਾ। ਕਿਉਂਕਿ ਇਹ ਆਪਣੇ ਆਪ ਨਹੀਂ ਦੱਸਦਾ ਕਿ ਕਿੰਨਾ ਕਰੰਟ ਪਾਸ ਹੋ ਰਿਹਾ ਵਾ। ਸਾਨੂੰ ਪਹਿਲਾਂ ਐਕਸਪੈਰੀਮੈਂਟ ਕਰਕੇ ਇਹਦੀ ਫਿਗਰ ਆਫ ਮੈਰਿਟ ਕੱਢਣੀ ਪੈਂਦੀ ਆ। ਤੇ ਜਦੋਂ ਅਸੀਂ ਫਿਗਰ ਆਫ ਮੈਰਿਟ ਕੱਢਦੇ ਹਾਂ, ਫਿਗਰ ਆਫ ਮੈਰਿਟ ਦਾ ਮਤਲਬ ਇਹ ਆ ਕਿ ਲੀਸਟ ਕਾਊਂਟ ਕਿੰਨਾ ਇਹਦਾ, ਮਤਲਬ ਇਹਦੇ ਵਿੱਚ ਕਿੰਨਾ ਕੁ ਕਰੰਟ ਪਾਸ ਹੋਵੇ ਸੋ ਦੈਟ ਕਿ ਇਹਦੀ ਜਿਹੜੀ ਨੀਡਲ ਆ ਉਹ 1 ਦੇ ਉੱਤੇ ਆ ਜੇ। ਤੇ ਅਸੀਂ ਸਮਝੀਏ, ਮੰਨ ਲਓ ਜਿਵੇਂ ਮੈਂ ਕਹਿੰਦਾ ਕਿ ਇਹਦੇ 'ਚ 20 ਮਾਈਕਰੋ ਐਂਪੀਅਰ ਕਰੰਟ ਪਾਸ ਹੋਇਆ,
ਤੇ ਇਹਦੀ ਨੀਡਲ ਜਿਹੜੀ ਆ 1 ਤੇ ਆਈ ਤੇ ਮੈਂ ਕਹੂੰਗਾ ਕਿ ਇਹਦੀ ਫਿਗਰ ਆਫ ਮੈਰਿਟ ਕਿੰਨੀ ਆ 20 ਮਾਈਕਰੋ ਐਂਪੀਅਰ ਪਰ ਡਿਵੀਜ਼ਨ। ਹਰੇਕ ਡਿਵੀਜ਼ਨ ਦੇ ਵਿੱਚ ਕੀ ਆ ਇਹ 20 ਮਾਈਕਰੋ ਐਂਪੀਅਰ ਕਰੰਟ ਨੋਟ ਕਰ ਰਿਹਾ ਵਾ। ਸੋ ਮੈਂ ਇੱਥੇ ਹੁੰਦਾ ਵਾ ਅਸੀਂ ਸ਼ੰਟ ਰਜਿਸਟੈਂਸ ਦੀ ਵੈਲਿਊ ਪਤਾ ਕਰਨ ਵਾਸਤੇ ਸਾਨੂੰ ਪਹਿਲਾਂ ਪਤਾ ਹੋਣਾ ਚਾਹੀਦਾ ਵਾ ਕਿ ਕਰੰਟ ਗਲਵੈਨੋਮੀਟਰ ਦੇ ਵਿੱਚੋਂ ਕਿੰਨਾ ਲੰਘ ਸਕਦਾ ਵਾ, ਉਹਦੀ ਮੈਕਸਿਮਮ ਡਿਫਲੈਕਸ਼ਨ ਜਿਹੜੀ ਆ ਉਹ ਕਿੰਨੇ ਕਰੰਟ ਤੇ ਸਾਨੂੰ ਮਿਲੇਗੀ। ਉਹ ਅਸੀਂ ਕਿੱਦਾਂ ਪਤਾ ਕਰ ਸਕਦੇ ਹਾਂ, ਫਿਗਰ ਆਫ ਮੈਰਿਟ ਕੱਢ ਕੇ। 2 ਨੰਬਰ ਤੇ ਆਰਜੀ ਗਲਵੈਨੋਮੀਟਰ ਦੀ ਅਸੀਂ ਕੀ ਆ ਰਜਿਸਟੈਂਸ ਵੀ ਕੱਢ ਸਕਦੇ ਹਾਂ, ਇਹ ਵੀ ਸਾਡੇ ਦੋਨੋਂ ਪ੍ਰੈਕਟੀਕਲ ਆ। ਤੇ ਜਦੋਂ ਸਾਡੇ ਕੋਲੋਂ ਇਹ ਦੋ ਵੈਲਿਊ ਆ ਗਈਆਂ ਤੇ ਸਾਨੂੰ ਪਤਾ ਲੱਗ ਜਾਣਾ ਵਾ ਕਿ ਜੇ ਅਸੀਂ 10 ਐਂਪੀਅਰ ਦਾ ਜਿਹੜਾ ਵੋਲਟਮੀਟਰ ਬਣਾਉਣਾ ਵਾ I ਦੀ ਜਗ੍ਹਾ ਤੇ 10 ਰੱਖ ਦਾਂਗੇ ਤੇ ਸਾਨੂੰ ਕੀ ਆ ਕਿੰਨੀ ਰਜਿਸਟੈਂਸ ਚਾਹੀਦੀ ਆ। ਇਸ ਤਰੀਕੇ ਨਾਲ ਕੀ ਆ ਅਸੀਂ ਇਹ ਜਿਹੜੀ ਆ ਗਲਵੈਨੋਮੀਟਰ ਤੋਂ ਇੱਕ ਐਮੀਟਰ ਕ੍ਰੀਏਟ ਕਰ ਲੈਂਦੇ ਆ। ਹੁਣ ਦੇਖੋ ਇਹ ਜਿਹੜੀ ਸੈਟਅਪ ਆ ਨਾ, ਇਹ ਜਿਹੜੀ ਸੈਟਅਪ ਆ ਇਹ ਪੂਰਨ ਸੈਟਅਪ ਨੂੰ ਅਸੀਂ ਕੀ ਬੋਲਦੇ ਹਾਂ ਐਮੀਟਰ ਬੋਲਦੇ ਹਾਂ। ਮਤਲਬ ਦੋਨਾਂ ਦੇ ਕੰਬੀਨੇਸ਼ਨ ਨੂੰ ਅਸੀਂ ਕੀ ਬੋਲਣਾ ਵਾ ਐਮੀਟਰ ਬੋਲਣਾ ਵਾ। ਐਮੀਟਰ ਇਸ ਤਰੀਕੇ ਦੀ ਸੈਟਅਪ ਆ ਕਿ ਜਿਹਦੇ ਵਿੱਚ ਗਲਵੈਨੋਮੀਟਰ ਦੇ ਵਿੱਚ ਕੀ ਆ ਮਾਈਨਰ ਕਰੰਟ ਨਿਕਲਦਾ ਵਾ ਤੇ ਮੋਸਟਲੀ ਕਰੰਟ ਜਿਹੜਾ ਵਾ ਉਹ ਰਜਿਸਟੈਂਸ ਦੇ ਜ਼ਰੀਏ ਪਾਸ ਹੁੰਦਾ ਵਾ। ਪਰ ਅਸੀਂ ਕਰੰਟ ਨੋਟ ਕਿੱਥੋਂ ਕਰਦੇ ਹਾਂ, ਅਸੀਂ ਕਰੰਟ ਨੋਟ ਗਲਵੈਨੋਮੀਟਰ ਤੋਂ ਹੀ ਕਰਦੇ ਹਾਂ। ਸਾਡੀ ਰਿਪਰੈਜ਼ੈਂਟੇਸ਼ਨ ਜਿਹੜੀ ਆ ਉਹ ਗਲਵੈਨੋਮੀਟਰ ਤੋਂ ਹੀ ਆ। ਬੇਸ਼ੱਕ ਜ਼ਿਆਦਾ ਤੋਂ ਜ਼ਿਆਦਾ ਜਿਹੜਾ ਕਰੰਟ ਵਾ ਉਹ ਇੱਧਰ ਚਲਾ ਗਿਆ। ਹੁਣ ਦੇਖੋ ਜਿਵੇਂ ਮੈਂ ਕਹਿ ਰਿਹਾ ਵਾਂ ਕਿ ਮੰਨ ਲਓ ਮੈਂ ਕਰੰਟ ਜਿਹੜਾ I ਦਿੱਤਾ 2 ਐਂਪੀਅਰ, ਮੈਂ ਇਸ ਤਰੀਕੇ ਨਾਲ ਸ਼ੰਟ ਲਗਾਈ ਆ ਕਿ ਮੈਨੂੰ ਪਤਾ ਵਾ ਕਿ ਜਿਹੜਾ IG ਆ ਨਾ, ਮਤਲਬ IG ਗਲਵੈਨੋਮੀਟਰ ਚੋਂ ਮੈਕਸਿਮਮ ਕਰੰਟ ਪਾਸ ਹੋ ਸਕਦਾ ਵਾ 0.5 ਐਂਪੀਅਰ। ਮੈਂ ਸਿਰਫ ਐਗਜ਼ਾਮਪਲ ਦੇ ਤੌਰ ਤੇ ਸਮਝਾਉਣ ਡਿਆ। ਹੁਣ ਬਾਕੀ ਕਰੰਟ ਕਿੱਧਰ ਦੀ ਜਾਣਾ ਵਾ, ਬਾਕੀ ਜਿਹੜਾ ਸ਼ੰਟ ਦੇ ਰਾਹੀਂ ਜਾਣਾ ਤੇ ਸ਼ੰਟ ਦੇ ਰਾਹੀਂ ਕਿੰਨਾ ਜਾਣਾ 1.95। ਹੁਣ ਆ ਮੇਰੀ ਇੱਕ ਅਰੇਂਜਮੈਂਟ ਹੋ ਗਈ, ਮੈਨੂੰ ਪਤਾ ਲੱਗ ਗਿਆ ਕਿ ਗਲਵੈਨੋਮੀਟਰ ਦੇ ਵਿੱਚੋਂ 0.5 ਐਂਪੀਅਰ ਤੋਂ ਵੱਧ ਕਰੰਟ ਨਹੀਂ ਜਾਂਦਾ। ਤੇ ਜੇ ਮੈਨੂੰ ਪਤਾ 0.5 ਐਂਪੀਅਰ ਤੋਂ ਵੱਧ ਨਹੀਂ ਜਾਂਦਾ ਤੇ ਮੈਂ ਸ਼ੰਟ ਦੀ ਵੈਲਿਊ ਇੰਨੀ ਕੁ ਘੱਟ ਰੱਖਣੀ ਆ ਕਿ ਮੈਕਸਿਮਮ ਕਰੰਟ ਜਿਹੜਾ ਵਾ ਉਹ ਉਧਰ ਦੀ ਹੀ ਜਾਵੇ ਤੇ ਇਸ ਰਸਤੇ ਰਾਹੀਂ ਸਿਰਫ ਜਿਹੜਾ ਵਾ ਉਹ 0.5 ਕਰੰਟ ਹੀ ਜਾਵੇ। ਹੁਣ ਜਦੋਂ 0.5 ਦੇ ਉੱਪਰ ਇਹਨੇ ਮੈਕਸਿਮਮ ਡਿਫਲੈਕਸ਼ਨ ਦਿੱਤੀ ਤੇ ਮੈਂ ਕੀ ਸੋਚਣਾ ਵਾ, ਮੈਂ ਸੋਚਣਾ ਵਾ ਕਿ ਇਹ ਪੂਰੇ ਸਰਕਟ ਦੇ ਵਿੱਚ ਕਿੰਨਾ ਕਰੰਟ ਵਾ 2 ਐਂਪੀਅਰ। ਤੇ ਜੇ ਬਾਅਦ ਵਿੱਚ ਮਤਲਬ ਸੈਕੰਡ ਕੇਸ ਦੇ ਵਿੱਚ ਮੈਂ ਕੀ ਕੀਤਾ, ਕਰੰਟ ਜਿਹੜਾ ਵਾ ਉਹ 1 ਐਂਪੀਅਰ ਕਰਾਤਾ, ਮਤਲਬ ਸਪਲਾਈਡ ਕਰੰਟ 1 ਐਂਪੀਅਰ ਕਰਤਾ। ਹੁਣ ਜੇ ਮੈਂ ਸਪਲਾਈਡ ਕਰੰਟ 1 ਐਂਪੀਅਰ ਕਰ ਦੂੰਗਾ ਨਾ ਤੇ ਇਸ ਗਲਵੈਨੋਮੀਟਰ ਦੀ ਰੀਡਿੰਗ ਜਿਹੜੀ ਪਹਿਲਾਂ ਫੁੱਲ ਸੀ ਹੁਣ ਕੀ ਹੋ ਜਾਣੀ ਆ, ਹਾਫ ਹੋ ਜਾਣੀ ਆ। ਤੇ ਜੇ ਹਾਫ ਹੋ ਜਾਣੀ ਆ ਨਾ ਤੇ ਮੈਂ ਐਸਟੀਮੇਟ ਲਾ ਲੈਣਾ ਵਾ ਕਿ ਇਸ ਸਰਕਟ ਦੇ ਵਿੱਚ ਕਿੰਨਾ ਕਰੰਟ ਜਾ ਰਿਹਾ ਵਾ 1 ਐਂਪੀਅਰ ਕਰੰਟ ਜਾ ਰਿਹਾ ਵਾ। ਮੈਕਸਿਮਮ ਕਰੰਟ ਅਸੀਂ ਕਿੱਥੋਂ ਸ਼ੰਟ ਦੇ ਥਰੂ ਹੀ ਲਗਾਉਣ ਡਏ ਆ, ਪਰ ਅਸੀਂ ਨੋਟ ਕਿੱਥੋਂ ਕਰ ਰਹੇ ਹਾਂ, ਨੋਟ ਅਸੀਂ ਗਲਵੈਨੋਮੀਟਰ ਤੋਂ ਕਰ ਰਹੇ ਹਾਂ ਆਪਣੀ ਸਮਝ ਦੇ ਮੁਤਾਬਕ। ਇਹ ਕੁਝ ਐਗਜ਼ਾਮਪਲ ਇਦਾਂ ਦੀ ਆ, ਮੰਨ ਲਓ ਸਾਡੇ ਕੋਲੋਂ ਕੀ ਆ ਇੱਕ ਕੰਟੇਨਰ ਪਿਆ ਹੋਇਆ ਵਾ ਤੇ ਇਸ ਕੰਟੇਨਰ ਦੇ ਵਿੱਚ ਕੀ ਆ ਪਾਣੀ ਆ। ਹੁਣ ਅਸੀਂ ਦੇਖਣਾ ਵੇ ਕਿ ਇਹਦੇ ਵਿੱਚ ਕਿੰਨਾ ਪਾਣੀ ਆ, ਜਾਂ ਤੇ ਅਸੀਂ ਕੀ ਆ ਕਿ ਉੱਪਰ ਦੀ ਇੱਧਰ ਦੀ ਪੌੜੀ ਲਾ ਕੇ ਜਾਂ ਕੁਝ ਦੇਖ ਕੇ ਉੱਪਰੋਂ ਦੀ ਨੋਟ ਕਰਾਂਗੇ। ਤੇ ਜਾਂ ਸਾਡੇ ਕੋਲੋਂ ਕੀ ਆ ਕਿ ਮੰਨ ਲਓ ਇੱਥੇ ਕੀ ਆ ਇੱਕ ਗਲਾਸ ਦਾ ਪਾਈਪ ਆ ਇਸ ਤਰੀਕੇ ਨਾਲ ਜਿਵੇਂ ਕੇਤਲੀ ਟਾਈਪ ਦੇ ਵਿੱਚ ਹੁੰਦਾ ਤੇ ਇਹਦੇ ਤੇ ਕੀ ਲੱਗਾ ਹੋਇਆ ਵਾ, ਸਕੇਲ ਲੱਗਾ ਹੋਇਆ ਵਾ। ਹੁਣ ਆਪਾਂ ਕੀ ਕੀਤਾ ਵੀ ਇਸ ਸਕੇਲ ਤੋਂ ਦੱਸਤਾ ਕਿ ਮੰਨ ਲਓ ਇਹਦੇ ਵਿੱਚ ਕੀ ਆ 5 ਲੀਟਰ ਪਾਣੀ ਆ। ਹੁਣ 5 ਲੀਟਰ ਪਾਣੀ ਜਿਹੜਾ ਵਾ ਉਹ ਇਸ ਗਲਾਸ ਦੇ ਵਿੱਚ ਨਹੀਂ ਆ, 5 ਲੀਟਰ ਪਾਣੀ ਕਿੱਥੇ ਆ, ਇਸ ਜੱਗ ਦੇ ਵਿੱਚ ਵਾ। ਇਹ ਕੀ ਆ, ਸਾਡਾ ਇੱਕ ਰਿਪਰੈਜ਼ੈਂਟੇਸ਼ਨ ਆ, ਸਾਡਾ ਇੱਕ ਸੂਚਕ ਅੰਕ ਆ। ਉਸੇ ਤਰੀਕੇ ਨਾਲ ਮੈਕਸਿਮਮ ਕਰੰਟ ਜਿਹੜਾ ਵਾ ਉਹ ਸ਼ੰਟ ਦੇ ਜ਼ਰੀਏ ਹੀ ਪਾਸ ਹੁੰਦਾ ਵਾ ਤੇ ਗਲਵੈਨੋਮੀਟਰ ਅਸੀਂ ਕੀ ਰੱਖਿਆ ਹੋਇਆ ਵਾ, ਇੱਕ ਸੂਚਕ ਅੰਕ ਰੱਖਿਆ ਹੋਇਆ ਵਾ। ਸੋ ਇਹ ਸੀ ਸਾਡਾ ਗਲਵੈਨੋਮੀਟਰ ਤੋਂ ਐਂਪੀਅਰ ਮੀਟਰ ਜਾਂ ਐਮ ਮੀਟਰ। ਤੇ ਐਂਪੀਅਰ ਮੀਟਰ ਜਾਂ ਐਮ ਮੀਟਰ ਇਹ ਕਿਹੜੇ ਕੰਮ ਲਈ ਨੋਟ ਹੁੰਦਾ ਵਾ, ਜਿਵੇਂ ਅਸੀਂ ਜਾਣ ਹੀ ਚੁੱਕੇ ਹਾਂ ਕਿ ਇਹਦੇ ਨਾਲ ਅਸੀਂ ਕੀ ਆ ਕਰੰਟ ਦੀ ਵੈਲਿਊ ਨੋਟ ਕਰਦੇ ਹਾਂ, ਅਸੀਂ ਕਰੰਟ ਬਾਰੇ ਪਤਾ ਕਰਦੇ ਹਾਂ। ਜਦੋਂ ਅਸੀਂ ਕਹਿੰਦੇ ਨਾ ਕਿ ਅਸੀਂ ਕਰੰਟ ਪਤਾ ਕਰਦੇ ਹਾਂ ਤੇ ਕਰੰਟ ਪਤਾ ਕਰਨ ਦਾ ਮਤਲਬ ਆ ਕਿ ਅਸੀਂ ਚਾਰਜ ਪਾਰਟੀਕਲਸ ਦੀ ਗਿਣਤੀ ਨੂੰ ਨੋਟ ਕਰ ਰਹੇ ਹਾਂ ਕਿ ਪਰ ਸੈਕਿੰਡ ਚਾਰਜ ਪਾਰਟੀਕਲ ਕਿੰਨੇ ਨਿਕਲ ਰਹੇ ਆ। ਤੁਸੀਂ ਇੱਕ ਜਗ੍ਹਾ ਤੇ ਖਲੋਗੇ, ਇਸ ਜਗ੍ਹਾ ਤੇ ਖਲੋ ਕੇ ਤੁਸੀਂ ਦੇਖ ਰਹੇ ਜੋ ਇਹ ਮੰਨ ਲਓ ਮੈਂ ਇੱਕ ਐਂਪੀਅਰ ਮੀਟਰ ਵਾਂ ਤੇ ਮੈਂ ਇੱਧਰੋਂ ਦੇਖਣਾ ਵਾ ਕਿ 1 ਸੈਕਿੰਡ ਦੇ ਵਿੱਚ ਕਿੰਨੇ ਚਾਰਜ ਪਾਰਟੀਕਲ ਆ ਰਹੇ ਆ ਤੇ ਮੈਂ ਅੱਗੇ ਭੇਜੀ ਜਾਣੇ ਤੇ ਮੈਂ ਗਿਣਤੀ ਨੋਟ ਰੱਖਣੀ ਆ ਕਿ 1 ਸੈਕਿੰਡ ਦੇ ਵਿੱਚ ਕਿੰਨੇ ਚਾਰਜ ਪਾਰਟੀਕਲ ਜਿਹੜੇ ਆ ਉਹ ਆ ਰਹੇ ਆ। ਮੈਨੂੰ ਇਸ ਸਮੇਂ ਚਾਰਜ ਪਾਰਟੀਕਲ ਦੀ એનર્ਜੀ ਨਾਲ ਕੋਈ ਮਤਲਬ ਨਹੀਂ ਕਿ ਇਹ ਚਾਰਜ ਪਾਰਟੀਕਲ ਜਿਹੜੇ ਆ ਰਹੇ ਆ ਉਹਨਾਂ ਕੋਲੋਂ એનર્ਜੀ ਘੱਟ ਵਾ ਜਾਂ ਵੱਧ ਵਾ ਜਾਂ ਹੈ ਹੀ ਨਹੀਂ ਆ। ਮੈਨੂੰ ਸਿਰਫ ਮਤਲਬ ਕਿਹਦੇ ਨਾਲ ਆ, ਗਿਣਤੀ ਦੇ ਨਾਲ ਮਤਲਬ ਆ। ਮੈਂ ਪਰ ਸੈਕਿੰਡ ਕਿੰਨੇ ਚਾਰਜ ਪਾਸ ਹੋਇਆ ਵਾ ਮੈਂ ਉਹਦੇ ਹਿਸਾਬ ਨਾਲ ਕਹਿ ਦੇਣਾ ਕਿ ਇੰਨੇ ਐਂਪੀਅਰ ਕਰੰਟ ਜਿਹੜਾ ਵਾ ਉਹ ਪਾਸ ਹੋਇਆ ਵਾ।
ਹੁਣ ਅਸੀਂ ਇਹਦੀ ਇਫੈਕਟਿਵ ਰੈजिस्टेंस ਕੱਢ ਲੈਂਦੇ ਆ ਕਿਉਂਕਿ ਇਹਦੇ ਵਿੱਚ ਕੀ ਆ ਦੇਖੋ ਦੋ ਰੈजिस्टेंस ਲੱਗੀਆਂ ਹੋਈਆਂ ਵਾ RG ਤੇ RS ਤੇ ਦੋਵੇਂ ਕੀ ਲੱਗੀਆਂ ਹੋਈਆਂ ਵਾ ਪੈਰਲਲ ਲੱਗੀਆਂ ਹੋਈਆਂ ਵਾ ਤੇ ਜੇ ਪੈਰਲਲ ਲੱਗੀਆਂ ਹੋਈਆਂ ਹੋਣ ਤੇ ਸਾਨੂੰ ਪਤਾ ਵਾ ਕਿ ਅਸੀਂ ਫਾਰਮੂਲੇ ਪੜ੍ਹੇ ਆ ਕਿ ਮੰਨ ਲਓ ਇੱਕ R1 ਲੱਗੀ ਆ ਇੱਕ ਇਹਦੇ ਪੈਰਲਲ R2 ਲੱਗੀ ਆ ਤੇ ਹੁਣ ਇਹਨਾਂ ਦੀ ਇਫੈਕਟਿਵ ਰੈजिस्टेंस ਕਿੰਨੀ ਆ ਤੇ ਅਸੀਂ ਫਾਰਮੂਲਾ ਕਿਹੜਾ ਲਗਾਉਂਦੇ ਸੀ R ਇਫੈਕਟਿਵ ਕਿਵੇਂ ਕੱਢਦੇ ਸੀ 1/R1 ਜਮਾ 1/R2 ਪੈਰਲਲ ਕੰਬੀਨੇਸ਼ਨ ਦਾ ਸਾਡੇ ਕੋਲੋਂ ਫਾਰਮੂਲਾ ਸੀ ਤੇ ਇੱਥੇ ਵੀ ਸਾਡੇ ਕੋਲੋਂ ਕੀ ਆ RS ਆ ਤੇ RG ਆ ਤੇ ਅਸੀਂ ਕੀ ਕਰਦੇ ਆ ਇਫੈਕਟਿਵ ਰੈजिस्टेंस ਕਿਵੇਂ ਕੱਢ ਸਕਦੇ ਆ ਅਸੀਂ ਇਫੈਕਟਿਵ ਰੈजिस्टेंस ਕੱਢਦੇ ਆ ਇਸ ਕੇਸ ਦੀ ਕਿ R ਇਫੈਕਟਿਵ ਇਜ਼ ਇਕੁਅਲ ਟੂ 1/RS 1/RG ਹੁਣ ਇਹਨੂੰ ਸਿੰਪਲੀਫਾਈ ਕਰਦੇ ਆ ਤੇ ਜੇਕਰ ਅਸੀਂ ਇਹਨੂੰ ਸਿੰਪਲੀਫਾਈ ਕਰਦੇ ਆ ਤੇ ਸਾਡੇ ਕੋਲੋਂ ਜਿਹੜਾ ਰਿਜ਼ਲਟ ਆਉਂਦਾ RG RS RG plus RS ਇਹ ਸਾਡੇ ਕੋਲੋਂ ਕੀ ਆ ਇਸ m ਮੀਟਰ ਦੀ ਹੁਣ ਦੋਵਾਂ ਦੇ ਕੰਬੀਨੇਸ਼ਨ ਨੂੰ ਆਪਾਂ m ਮੀਟਰ ਕਹਿਣਾ ਵਾ ਉਸ m ਮੀਟਰ ਦੀ ਇਫੈਕਟਿਵ ਰੈजिस्टेंस ਆ ਪਰ ਇਹਦੇ ਵਿੱਚ ਆਪਾਂ ਇੱਕ ਚੀਜ਼ ਕੰਸੀਡਰ ਕੀਤੀ ਸੀ ਸਟਾਰਟਿੰਗ ਦੇ ਵਿੱਚ ਕਿ ਗਲਵੈਨੋਮੀਟਰ ਦੀ ਰੈजिस्टेंस ਜਿਹੜੀ ਆ ਉਹ ਸ਼ੰਟ ਦੇ ਨਾਲੋਂ ਬਹੁਤ ਵੱਡੀ ਆ ਤੇ ਜੇ ਗਲਵੈਨੋਮੀਟਰ ਦੀ ਸ਼ੰਟ ਦੇ ਨਾਲੋਂ ਵੱਡੀ ਆ ਤੇ ਆਪਾਂ ਕੀ ਕਰਦੇ ਆ ਇਸ ਸ਼ੰਟ ਨੂੰ ਇਗਨੋਰ ਕਰ ਦਿੰਦੇ ਆ ਅਸੀਂ ਜਦੋਂ ਵੀ ਇਦਾਂ ਦੀਆਂ ਅਪਰੋਕਸੀਮੇਸ਼ਨ ਕਰਦੇ ਆ ਨਾ ਕਿ ਇੱਕ ਇਗਨੋਰ ਕਰਨਾ ਵਾ ਤੇ ਉਹ ਸਿਰਫ ਅਸੀਂ ਐਡੀਸ਼ਨ ਦੇ ਵਿੱਚ ਹੀ ਕਰਦੇ ਆ ਉੱਪਰ ਨਹੀਂ ਕਰ ਸਕਦੇ ਉੱਪਰ ਕੀ ਆ ਮਲਟੀਪਲੀਕੇਸ਼ਨ ਆ ਤੇ ਸਾਡੇ ਕੋਲੋਂ ਜਿਹੜਾ ਇਹ ਰਿਜ਼ਲਟ ਆਇਆ ਕਿੰਨਾ ਆਇਆ RG RS upon RG is equal to R effective ਹੁਣ RG ਨਾਲ RG ਕੱਟੇ ਜਾਣਗੇ RG ਨਾਲ RG ਕੱਟੇ ਗਏ ਤੇ ਸਾਡੇ ਕੋਲ ਲਾਸਟ 'ਚ ਕੀ ਬਚਿਆ R effective RS ਤੇ ਵੈਸੇ ਵੀ ਅਸੀਂ ਕਿਹਾ ਸੀ ਕਿ M ਮੀਟਰ ਕੀ ਆ ਇੱਕ ਲੋ ਰੈजिस्टेंस ਡਿਵਾਈਸ ਆ ਲੋ ਰੈजिस्टेंस ਡਿਵਾਈਸ ਹੋਏਗਾ ਤਾਂ ਹੀ ਤੇ ਸੀਰੀਜ਼ ਦੇ ਵਿੱਚ ਲੱਗੇਗਾ ਨਾ ਜੇਕਰ ਜ਼ਿਆਦਾ ਰੈजिस्टेंस ਵਾਲਾ ਡਿਵਾਈਸ ਅਸੀਂ ਸੀਰੀਜ਼ ਦੇ ਵਿੱਚ ਲਗਾ ਦਾਂਗੇ ਤੇ ਉਹਨੇ ਕੀ ਆ ਉਹਨੇ ਆਪਣਾ ਪੋਟੈਂਸ਼ੀਅਲ ਡ੍ਰੌਪ ਕਰਨ ਡੈ ਪੈਣਾ ਉਹ ਸਾਡੇ ਵਾਸਤੇ ਕੀ ਆ ਇੱਕ ਨੈਗੇਟਿਵਿਟੀ ਆ ਤੇ ਅਸੀਂ ਦੇਖਿਆ ਵਾ ਕਿ ਜਿਹੜਾ ਓਵਰਆਲ ਇਫੈਕਟਿਵ ਰੈजिस्टेंस ਜਿਹੜੀ ਆ ਸਾਨੂੰ ਨਜ਼ਰ ਆਉਂਦੀ ਆ ਨਾ ਉਹ ਕੀ ਆ ਉਹ RS ਹੀ ਆਉਂਦੀ ਆ ਤੇ RS ਕੀ ਆ ਇੱਕ ਬਹੁਤ ਛੋਟੀ ਰੈजिस्टेंस ਆ ਜਿਹਦੇ ਨਾਲ ਕੀ ਆ ਸਾਡੇ ਸਰਕਟ ਦੇ ਵਿੱਚ ਕੁਝ ਜ਼ਿਆਦਾ ਚੇਂਜ ਨਹੀਂ ਆਉਂਦੀ ਜਦੋਂ ਕਿਸੇ M ਮੀਟਰ ਨੂੰ ਅਸੀਂ ਕੀ ਆ ਕਿਸੇ ਸਰਕਟ ਦੇ ਵਿੱਚ ਲਗਾਉਂਦੇ ਆ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਐਂਪੀਅਰ ਮੀਟਰ ਇੱਕ ਲੋ ਰੈजिस्टेंस ਡਿਵਾਈਸ ਆ ਤੇ ਲੋ ਰੈजिस्टेंस ਡਿਵਾਈਸ ਹੋਣ ਕਰਕੇ ਹੀ ਇਹਨੂੰ ਸੀਰੀਜ਼ ਦੇ ਵਿੱਚ ਲਗਾਇਆ ਜਾਂਦਾ ਇਸ ਤੋਂ ਬਾਅਦ ਵਿੱਚ ਅਸੀਂ ਗਲਵੈਨੋਮੀਟਰ ਤੋਂ ਵੋਲਟਮੀਟਰ ਬਣਾਉਣ ਦੀ ਵਿਧੀ ਦੇਖਾਂਗੇ ਤੇ ਜਦੋਂ ਵੀ ਅਸੀਂ ਗਲਵੈਨੋਮੀਟਰ ਤੋਂ ਵੋਲਟਮੀਟਰ ਬਣਾਉਂਦੇ ਆ ਨਾ ਤੇ ਅਸੀਂ ਕੀ ਕਰਦੇ ਆ ਇੱਕ ਰੈजिस्टेंस ਨੂੰ ਗਲਵੈਨੋਮੀਟਰ ਦੇ ਸੀਰੀਜ਼ ਦੇ ਵਿੱਚ ਲਗਾ ਦਿੰਦੇ ਆ ਇਸ ਤਰੀਕੇ ਨਾਲ ਅਗਰ ਗਲਵੈਨੋਮੀਟਰ ਦੇ ਨਾਲ ਤੁਸੀਂ ਸੀਰੀਜ਼ ਦੇ ਵਿੱਚ ਕੋਈ ਰੈजिस्टेंस लगाओगे ना तो इस सैटअप ਨੂੰ ਕੀ ਕਿਹਾ ਜਾਊਗਾ ਇਸ ਸੈਟਅਪ ਨੂੰ ਵੋਲਟਮੀਟਰ ਕਿਹਾ ਜਾਏਗਾ ਤੇ ਵੋਲਟਮੀਟਰ ਸਾਨੂੰ ਵੈਸੇ ਵੀ ਪਤਾ ਵਾ ਕਿ ਹਾਈ ਰੈजिस्टेंस ਡਿਵਾਈਸ ਆ ਜਿਵੇਂ ਅਸੀਂ ਪਹਿਲਾਂ ਕਹਿੰਦੇ ਆ ਕਿ ਗਲਵੈਨੋਮੀਟਰ ਤੋਂ ਤੁਸੀਂ ਕੀ ਆ ਐਮੀਟਰ ਵੀ ਬਣਾ ਸਕਦੇ ਜੋ ਤੇ ਗਲਵੈਨੋਮੀਟਰ ਤੋਂ ਤੁਸੀਂ ਕੀ ਆ ਵੋਲਟਮੀਟਰ ਵੀ ਬਣਾ ਸਕਦੇ ਜੋ ਹੁਣ ਦੇਖੋ ਮੇਰੀ ਇੱਥੇ ਟਾਸਕ ਕੀ ਆ ਮੈਂ ਚਾਹੁੰਦਾ ਕੀ ਆ ਕਿ V ਵੋਲਟੇਜ ਦਾ ਵੋਲਟਮੀਟਰ ਬਣੇ मतलब ये ਵੱਧ ਤੋਂ ਵੱਧ 20 ਵੋਲਟ ਨੋਟ ਕਰ ਸਕੇ ਜਿਵੇਂ ਆਪਾਂ ਕਹਿੰਦੇ 12 ਵੋਲਟ ਦਾ ਬਣੇ ਕਿ ਵੱਧ ਤੋਂ ਵੱਧ 12 ਵੋਲਟ ਜਿਹੜਾ ਵਾ ਉਹ ਨੋਟ ਕਰ ਸਕੇ ਤੇ ਇਹਦੀ ਰੈजिस्टेंस ਅਸੀਂ ਕੀ ਲਈ ਆ RG ਲਈ ਆ ਇੱਥੇ ਸਾਡੇ ਕੋਲੋਂ ਕੀ ਆ ਇੱਥੇ ਸਾਡੇ ਕੋਲੋਂ ਰੈजिस्टेंस ਲੱਗੀ ਹੋਈ ਆ ਸੀਰੀਜ਼ ਦੇ ਵਿੱਚ ਤੇ ਇਹਦੀ ਰੈजिस्टेंस ਲੈਂਦੇ ਆ R ਹੁਣ ਇੱਥੇ ਦੋ ਰੈजिस्टेंसेस ਜਿਹੜੀਆਂ ਲੱਗੀਆਂ ਹੋਈਆਂ ਵਾ ਆਪਾਂ ਕੀ ਦੇਖਦੇ ਆ ਕਿ ਇਧਰੋਂ ਕਰੰਟ ਜਾ ਰਿਹਾ ਜਦੋਂ ਪਹਿਲੇ ਦੇ ਵਿੱਚੋਂ ਰੈजिस्टेंस ਦੇ ਵਿੱਚੋਂ ਕਰੰਟ ਜਿਹੜਾ ਵਾ ਉਹ ਗੁਜ਼ਰੇਗਾ ਤੇ ਉੱਥੇ ਪੋਟੈਂਸ਼ੀਅਲ ਡ੍ਰੌਪ ਹੋਏਗਾ V ਇਜ਼ ਇਕੁਅਲ ਟੂ IR ਮੰਨ ਲਓ ਪਹਿਲੇ ਦੇ ਵਿੱਚ ਹੁਣ ਦੂਸਰਾ ਵਾ ਦੂਸਰੇ ਦੇ ਵਿੱਚ ਪੋਟੈਂਸ਼ੀਅਲ ਡ੍ਰੌਪ ਹੋਏਗਾ ਕਰੰਟ ਤੇ ਉਨਾ ਹੀ ਜਾ ਰਿਹਾ ਵਾ RG ਤੇ ਟੋਟਲ ਕਿੰਨਾ ਪੋਟੈਂਸ਼ੀਅਲ ਡ੍ਰੌਪ ਹੋ ਸਕਦਾ ਜਿੰਨਾ ਨੀਚੇੋਂ ਸਪਲਾਈ ਹੋ ਰਿਹਾ ਨੀਚੇੋਂ ਕਿੰਨਾ ਸਪਲਾਈ ਹੋ ਰਿਹਾ V ਮਤਲਬ V ਇਜ਼ ਇਕੁਅਲ ਟੂ V1 ਪਲੱਸ V2 ਹੋਣਾ ਹੀ ਪੈਣਾ ਤੇ ਇਹਦਾ ਮਤਲਬ V ਦੀ ਵੈਲਿਊ ਕੀ ਲਿਖ ਸਕਦੇ ਆ IR ਪਲੱਸ RG ਸਾਡੇ ਕੋਲੋਂ ਕੀ ਆ ਅਸੀਂ ਇੱਥੇ ਪਤਾ ਕਰਨਾ ਚਾਹੁੰਦੇ ਆ ਕਿ ਅਸੀਂ ਕਿੰਨੀ ਰੈजिस्टेंस ਜਿਹੜੀ ਆ ਉਹ ਸੀਰੀਜ਼ ਦੇ ਵਿੱਚ ਲਗਾਵਾਂਗੇ ਸੋ ਦੈਟ ਕਿ ਇਹ ਜਿਹੜਾ ਵੋਲਟਮੀਟਰ ਵਾ ਉਹ V ਵੋਲਟੇਜ ਦਾ ਬਣ ਜੇ ਕਿੰਨੀ ਰੈजिस्टेंस ਲਗਾਵਾਂਗੇ ਤੇ ਅਸੀਂ ਇੱਥੋਂ ਕੀ ਆ ਅਸੀਂ ਇੱਥੋਂ R ਦੀ ਵੈਲਿਊ ਕੱਢਾਂਗੇ ਤੇ ਜੇਕਰ ਅਸੀਂ R ਵਾਸਤੇ ਸੋਲਵ ਕਰਾਂਗੇ ਤੇ ਸਾਡੇ ਕੋਲੋਂ ਇਕੁਏਸ਼ਨ ਕੀ ਆਏਗੀ V upon I ਮਾਈਨਸ RG
ਇਹ ਸਾਡੇ ਕੋਲੋਂ ਕੀ ਆ ਉਹਦੀ ਰੈਜ਼ਿਸਟੈਂਸ ਆਏਗੀ। ਤੇ ਜੇ ਇਸ ਕੇਸ ਦੇ ਵਿੱਚ ਆਪਾਂ ਇਫੈਕਟਿਵ ਰੈਜ਼ਿਸਟੈਂਸ ਕੱਢਣੀ ਹੋਵੇ, ਦੋ ਸਰਕਟ ਜਿਹੜੇ ਆ ਉਹ ਸੀਰੀਜ਼ ਦੇ ਵਿੱਚ ਲੱਗੇ ਆ R + RG। ਤੇ ਹੁਣ ਦੇਖੋ ਇੱਥੇ ਦੋਵਾਂ ਸਰਕਟਸ ਦੀ ਜਿਹੜੀ ਰੈਜ਼ਿਸਟੈਂਸ ਆ ਉਹ ਕੀ ਆ ਐਡ ਹੋ ਰਹੀ ਆ ਤੇ ਆਪਾਂ ਇਹਨੂੰ ਕਹਿ ਸਕਦੇ ਆ ਕਿ ਇਹ ਹਾਈ ਰੈਜ਼ਿਸਟੈਂਸ ਡਿਵਾਈਸ ਆ। ਐਮੀਟਰ ਦੇ ਕੇਸ ਵਿੱਚ ਆਪਾਂ ਕੀ ਕਿਹਾ ਸੀ, ਐਮੀਟਰ ਦੇ ਕੇਸ 'ਚ ਕਿਹਾ ਸੀ ਇਹ ਲੋ ਰੈਜ਼ਿਸਟੈਂਸ ਡਿਵਾਈਸ ਆ। ਤੇ ਦੇਖੋ ਇਹਦੇ ਵਿੱਚ ਸਵਾਲ ਕੀ ਆ, ਇਹਦੇ ਵਿੱਚ ਸਵਾਲ ਇਹ ਆ ਕਿ ਤੁਸੀਂ 20 ਵੋਲਟ ਦਾ ਜਿਹੜਾ ਐਮੀਟਰ ਬਣਾਉਣਾ ਵਾ ਤੇ ਤੁਹਾਨੂੰ ਪਤਾ ਹੋਵੇ ਕਿ ਤੁਹਾਨੂੰ ਕਿੰਨੀ ਰੈਜ਼ਿਸਟੈਂਸ ਦੀ ਲੋੜ ਆ। ਤੇ ਸੋ ਸਾਨੂੰ ਪਤਾ ਹੋਣਾ ਚਾਹੀਦਾ 20 ਵੋਲਟ ਵਾਸਤੇ ਸਾਨੂੰ ਕਿੰਨੀ ਰੈਜ਼ਿਸਟੈਂਸ ਦੀ ਲੋੜ ਆ। ਕਈ ਬੁੱਕਸ ਇੱਥੇ ਕੀ ਕਰਦੀਆਂ ਵਾ, ਇੱਥੇ ਜੀ ਵੀ ਪਾ ਦਿੰਦੀਆਂ ਵਾ, ਐਸ ਆਈ ਨੂੰ ਜੀ ਨਾਲ ਵੀ ਲਿਖ ਦਿੰਦੀਆਂ ਵਾ। ਤੁਸੀਂ ਵੀ ਲਿਖ ਸਕਦੇ ਜੋ ਆਪਣੀ ਸੁਵਿਧਾ ਦੇ ਮੁਤਾਬਕ ਕਿ ਗਲਵੈਨੋਮੀਟਰ ਦੇ ਥਰੂ ਕਿੰਨਾ ਕਰੰਟ ਪਾਸ ਹੋ ਜਾਂਦਾ, ਉਹ ਤੇ ਜੀ ਹੀ ਰਹੇਗਾ ਕਿਉਂਕਿ ਸਾਨੂੰ ਪਤਾ ਜੋ ਗਲਵੈਨੋਮੀਟਰ ਦੀ ਰੇਂਜ ਆ ਉਨਾ ਹੀ ਇੱਥੋਂ ਕਰੰਟ ਭੇਜਣਾ ਪਏਗਾ। ਬਾਕੀ ਕੀ ਆ, ਬਾਕੀ ਰਸਤੇ ਦੇ ਵਿੱਚ ਕੀ ਆ ਰੈਜ਼ਿਸਟੈਂਸ ਲੱਗੀ ਆ, ਉਹਨੇ એનર્ਜੀ ਦਾ ਜਿਹੜਾ ਵਾ ਉਹ ਲਾਸ ਕਰ ਹੀ ਦੇਣਾ। ਸੋ ਸਾਡੇ ਕੋਲੋਂ ਇੱਥੇ ਰੈਜ਼ਿਸਟੈਂਸ ਇਹ ਆਈ ਆ ਪੂਰੇ ਵੋਲਟਮੀਟਰ ਦੀ। ਤੇ ਇਫੈਕਟਿਵ ਰੈਜ਼ਿਸਟੈਂਸ ਕੀ ਆਈ ਆ, ਦੋ ਜੁੜੀਆਂ ਵਾ ਤੇ ਇਸ ਕਰਕੇ ਕੀ ਆ ਇਹ ਹਾਈ ਰੈਜ਼ਿਸਟੈਂਸ ਡਿਵਾਈਸ ਆ। ਇਸ ਤੋਂ ਬਾਅਦ ਵਿੱਚ ਆਪਾਂ ਐਮੀਟਰ ਤੇ ਵੋਲਟਮੀਟਰ ਦੇ ਥੋੜੇ ਜਿਹੇ ਬੇਸਿਕ ਡਿਫਰੈਂਸ ਸਿੱਖ ਲੈਂਦੇ ਆ। ਹੁਣ ਦੇਖੋ ਐਮੀਟਰ ਤੇ ਵੋਲਟਮੀਟਰ ਦੇ ਵਿੱਚ ਜਿਹੜਾ ਬੇਸਿਕ ਡਿਫਰੈਂਸ ਆ ਨਾ, ਐਮੀਟਰ ਕਿਹਦੇ ਵਾਸਤੇ ਆ, ਕਰੰਟ ਨੂੰ ਨੋਟ ਕਰਨ ਵਾਸਤੇ, ਤੇ ਵੋਲਟਮੀਟਰ ਕਿਹਦੇ ਵਾਸਤੇ ਆ, ਵੋਲਟਮੀਟਰ ਉਸ ਚਾਰਜ ਪਾਰਟੀਕਲ ਦੀ એનર્ਜੀ ਨੂੰ ਨੋਟ ਕਰਨ ਵਾਸਤੇ, ਮਤਲਬ ਪੋਟੈਂਸ਼ੀਅਲ ਡਿਫਰੈਂਸ ਨੂੰ ਨੋਟ ਕਰਨ ਵਾਸਤੇ। ਇਹਨੇ ਕੀ ਆ, ਇਹਨੇ ਸਿਰਫ ਚਾਰਜ ਦੀ ਗਿਣਤੀ ਨੋਟ ਕਰਨੀ ਆ। ਜਿਵੇਂ ਮੈਂ ਇੱਥੇ ਇੱਕ ਕਾਮਨ ਸਰਕਟ ਲਗਾਉਂਦਾ ਵਾਂ ਕਿ ਮੰਨ ਲਓ ਇੱਥੇ ਕੋਈ ਇੱਕ ਐਂਪੀਅਰ ਮੀਟਰ ਲੱਗਾ ਆ, ਅੱਗੇ ਕੋਈ ਰੈਜ਼ਿਸਟੈਂਸ ਲੱਗੀ ਹੋਈ ਆ ਤੇ ਇੱਥੇ ਕੋਈ ਸਰਕਟ ਲੱਗਾ ਆ। ਤੇ ਹੁਣ ਜਦੋਂ ਵੀ ਆਪਾਂ ਵੋਲਟਮੀਟਰ ਲਗਾਉਣਾ ਨਾ, ਤੇ ਵੋਲਟਮੀਟਰ ਕਿਵੇਂ ਲੱਗਣਾ ਵਾ, ਵੋਲਟਮੀਟਰ ਲੱਗਣਾ ਵਾ ਪੈਰਲਲ ਇਸ ਤਰੀਕੇ ਨਾਲ। ਇਹ ਐਮੀਟਰ ਨੇ ਕੀ ਨੋਟ ਕਰਨਾ ਵਾ, ਇਸ ਐਂਪੀਅਰ ਮੀਟਰ ਨੇ ਨੋਟ ਕਰਨਾ ਵਾ ਕਿ 1 ਸੈਕਿੰਡ ਵਿੱਚ ਕਿੰਨੇ ਚਾਰਜ ਆ ਰਹੇ ਆ, ਕਿੰਨੇ ਚਾਰਜ ਪਾਸ ਹੋ ਰਹੇ ਆ, ਤੇ ਇਹਨੇ ਉਹ ਗਿਣਤੀ ਦੇ ਦੇਣੀ ਆ। ਇਸ ਐਂਪੀਅਰ ਮੀਟਰ ਨੂੰ ਕੋਈ ਮਤਲਬ ਨਹੀਂ ਆ ਕਿ ਉਹਨਾਂ ਚਾਰਜਸ ਕੋਲੋਂ ਕਿਹੋ ਜਿਹੀ એનર્ਜੀ ਆ, ਜ਼ਿਆਦਾ ਵਾਲੇ ਆ ਜਾਂ ਘੱਟ ਵਾਲੇ ਆ ਜਾਂ ਜ਼ੀਰੋ ਵਾਲੇ ਆ। ਇਹਨੂੰ ਸਿਰਫ ਕਿਹਦੇ ਨਾਲ ਮਤਲਬ ਆ, ਗਿਣਤੀ ਦੇ ਨਾਲ, ਕਿ 1 ਸੈਕਿੰਡ 'ਚ ਕਿੰਨੇ ਚਾਰਜ ਜਾ ਰਹੇ ਆ। ਹੁਣ ਇਸ ਵੋਲਟਮੀਟਰ ਨੇ ਕੀ ਦੇਖਣਾ ਵਾ, ਇਸ ਵੋਲਟਮੀਟਰ ਨੇ ਦੇਖਣਾ ਆ ਐਕਸ ਆ ਤੇ ਆ ਵਾਈ ਆ। ਮੈਂ 2 ਪੁਆਇੰਟ ਰੱਖਤੇ ਜਿੱਥੇ ਇਹ ਲੱਗਾ ਆ। ਉਹਨੇ ਦੇਖਣਾ ਵਾ ਕਿ ਐਕਸ ਦੇ ਉੱਪਰ ਇਲੈਕਟ੍ਰੋਨ ਦੀ એનર્ਜੀ ਕਿੰਨੀ ਆ ਤੇ ਵਾਈ ਦੇ ਉੱਪਰ ਕਿੰਨੀ ਆ, ਕਿਉਂਕਿ ਪਤਾ ਵਾ ਰੈਜ਼ਿਸਟੈਂਸ ਦੇ ਵਿੱਚੋਂ ਲੰਘਣ ਲੱਗਿਆ એનર્ਜੀ ਦਾ ਕੀ ਹੋਣਾ ਵਾ, ਲਾਸ ਹੋਣਾ ਵਾ। ਜੇ ਮੰਨ ਲਓ ਐਕਸ ਦੇ ਉੱਤੇ ਮੰਨ ਲਓ ਜਿਵੇਂ 12 ਵੋਲਟ ਦਾ ਵਾ, ਆਪਾਂ ਦੇਖਿਆ ਕਿ ਐਕਸ ਤੇ 12 ਵੋਲਟ એનર્ਜੀ ਆ, ਤੇ ਮੰਨ ਲਓ ਇੱਥੇ ਕਿੰਨੀ ਰਹਿ ਗਈ, 0 ਰਹਿ ਗਈ। ਤੇ ਇਸ ਰੈਜ਼ਿਸਟੈਂਸ ਨੇ ਸਾਰੀ એનર્ਜੀ ਨੂੰ ਯੂਜ਼ ਕਰ ਲਿਆ। ਤੇ ਇਸ ਵੋਲਟਮੀਟਰ ਨੇ ਕਿੰਨੀ ਰੀਡਿੰਗ ਦੇ ਦੇਣੀ ਆ, ਇਹਨੇ 12 - 0 12 ਵੋਲਟ એનર્ਜੀ ਦੇ ਦੇਣੀ ਆ ਕਿ ਇਸ ਦੋਨਾਂ ਜਗ੍ਹਾ ਦੇ ਉੱਤੇ એનર્ਜੀ ਦਾ ਜਿਹੜਾ ਡਿਫਰੈਂਸ ਆ ਨਾ ਉਹ ਕਿੰਨਾ ਵਾ, 12। ਮਤਲਬ ਇਹਨੇ ਦੋ ਜਗ੍ਹਾ ਤੇ ਆਪਣੇ ਹੱਥ ਰੱਖ ਕੇ ਨਾ ਤੇ ਦੋਵਾਂ ਜਗ੍ਹਾ ਤੋਂ ਮਹਿਸੂਸ ਕਰਨਾ ਵਾ ਕਿ ਇੱਧਰ ਤੇ ਇੱਧਰਲੀ એનર્ਜੀ ਦੇ ਵਿੱਚ ਕਿੰਨਾ ਡਿਫਰੈਂਸ ਆ। ਤੇ ਜੇ ਹੱਥ ਰੱਖਣਾ ਵਾ ਤਾਂ ਫਿਰ ਇਹਨੇ ਹਮੇਸ਼ਾ ਕੀ ਆ, ਪੈਰਲਲ ਹੀ ਲੱਗਣਾ ਵਾ। ਇਹਨੇ ਹਮੇਸ਼ਾ ਕੀ ਆ, ਸੀਰੀਜ਼ 'ਚ ਲੱਗਣਾ, ਕਿਉਂਕਿ ਇਹਨੇ ਗਿਣਤੀ ਕਰਨੀ ਆ ਚਾਰਜ ਪਾਰਟੀਕਲ ਦੀ। ਸੋ ਪਹਿਲਾ ਸਾਡਾ ਫਰਕ ਕੀ ਆ ਕਿ ਇੱਕ ਐਮੀਟਰ ਜਿਹੜਾ ਵਾ ਉਹ ਕਰੰਟ ਨੋਟ ਕਰਦਾ ਵਾ ਤੇ ਦੂਸਰਾ ਪੋਟੈਂਸ਼ੀਅਲ ਦਾ ਡਿਫਰੈਂਸ ਨੋਟ ਕਰਦਾ, ਮਤਲਬ એનર્ਜੀ ਦਾ ਡਿਫਰੈਂਸ ਨੋਟ ਕਰਦਾ ਸਰਕਟ ਦੇ ਵਿੱਚ। ਤੇ ਦੂਸਰਾ ਇਹਦਾ ਮੇਜਰ ਡਿਫਰੈਂਸ ਕੀ ਆਏਗਾ, ਦੂਜੇ ਮੇਜਰ ਡਿਫਰੈਂਸ ਅਸੀਂ ਲਿਖ ਲੈਂਦੇ ਆ ਕਿ ਜਿਹੜਾ ਐਮੀਟਰ ਆ ਇਹ ਆਲਵੇਜ਼ ਕਨੈਕਟਡ ਇਨ ਸੀਰੀਜ਼। ਐਮੀਟਰ ਹਮੇਸ਼ਾ ਕਿਹੜਾ ਵਾ, ਉਹ ਸੀਰੀਜ਼ ਦੇ ਵਿੱਚ ਕਨੈਕਟ ਹੁੰਦਾ ਵਾ। ਤੇ ਜਿਹੜਾ ਸਾਡਾ ਵੋਲਟਮੀਟਰ ਆ ਆਲਵੇਜ਼ ਕਨੈਕਟਡ ਇਨ ਪੈਰਲਲ। ਇਹ ਹਮੇਸ਼ਾ ਕੀ ਆ, ਸਰਕਟ ਦੇ ਵਿੱਚ ਇਸ ਤਰੀਕੇ ਨਾਲ ਪੈਰਲਲ 'ਚ ਕਨੈਕਟ ਹੁੰਦਾ ਵਾ। ਪਰ ਇੱਕ ਚੀਜ਼ ਇੱਥੇ ਜ਼ਿਆਦਾ ਯਾਦ ਰੱਖੋ, ਜਦੋਂ ਆਪਾਂ ਐਮੀਟਰ ਗਲਵੈਨੋਮੀਟਰ ਤੋਂ ਬਣਾਉਣਾ ਵਾ ਨਾ, ਮਤਲਬ ਗਲਵੈਨੋਮੀਟਰ ਤੋਂ ਐਮੀਟਰ ਬਣਾਉਣਾ ਵਾ, ਤੇ ਜਿਹੜੀ ਰੈਜ਼ਿਸਟੈਂਸ ਲੱਗਣੀ ਆ ਨਾ ਉਹ ਕੀ ਲੱਗਣੀ ਆ, ਪੈਰਲਲ ਯੂਜ਼ ਹੋਣੀ ਆ। ਗਲਵੈਨੋਮੀਟਰ ਪਲੱਸ ਰੈਜ਼ਿਸਟੈਂਸ ਪੈਰਲਲ ਤੇ ਐਮੀਟਰ, ਫਿਰ ਕੀ ਬਣਦਾ ਵਾ, ਇਹ ਐਮੀਟਰ ਬਣਦਾ ਵਾ। ਤੇ ਇੱਥੇ ਆਪਾਂ ਕੀ ਲਿਖਣਾ ਵਾ, ਇੱਥੇ ਆਪਾਂ ਲਿਖਣਾ ਵਾ ਕਿ ਗਲਵੈਨੋਮੀਟਰ ਦੇ ਨਾਲ ਸੀਰੀਜ਼ ਦੇ ਵਿੱਚ ਰੈਜ਼ਿਸਟੈਂਸ, ਸੀਰੀਜ਼ 'ਚ ਰੈਜ਼ਿਸਟੈਂਸ। ਜੇ ਤੁਸੀਂ ਸੀਰੀਜ਼ ਦੇ ਵਿੱਚ ਰੈਜ਼ਿਸਟੈਂਸ ਜੋੜੋਗੇ ਤੇ ਫਿਰ ਕੀ ਬਣਨਾ ਵਾ, ਵੋਲਟ ਮੀਟਰ ਬਣਨਾ ਵਾ।
मतलब ਜਦੋਂ ਗਲਵੈਨੋਮੀਟਰ ਤੋਂ ਤੁਸੀਂ ਐਮੀਟਰ ਬਣਾਉਣਾ ਵਾ ਤੇ ਰੈਜ਼ਿਸਟੈਂਸ ਜਿਹੜੀ ਪੈਰਲਲ ਲੱਗਣੀ ਆ, ਪਰ ਖੁਦ ਐਮੀਟਰ ਸੀਰੀਜ਼ ਦੇ ਵਿੱਚ ਲੱਗਣਾ ਵਾ। ਇੱਥੇ ਕੀ ਆ, ਜਦੋਂ ਗਲਵੈਨੋਮੀਟਰ ਤੋਂ ਤੁਸੀਂ ਵੋਲਟਮੀਟਰ ਬਣਾਉਣਾ ਵਾ ਤੇ ਰੈਜ਼ਿਸਟੈਂਸ ਜਿਹੜੀ ਆ ਉਹ ਸੀਰੀਜ਼ 'ਚ ਲੱਗਣੀ ਆ, ਪਰ ਜਦੋਂ ਇਹ ਡਿਵਾਈਸ ਬਣ ਗਿਆ ਇਹਨੇ ਖੁਦ ਨੇ ਪੈਰਲਲ ਲੱਗਣਾ ਵਾ। ਇਹ ਚੀਜ਼ ਯਾਦ ਰੱਖਣੀ। ਅੱਗੇ ਵੀ ਆਪਾਂ ਇੱਕ ਪੋਟੈਂਸ਼ੀਅਲ ਡਿਫਰੈਂਸ ਨੋਟ ਕਰਨ ਵਾਸਤੇ ਡਿਵਾਈਸ ਪੜਿਆ ਸੀ, ਪੋਟੈਂਸ਼ੀਓਮੀਟਰ। ਜਿਹੜਾ ਪੋਟੈਂਸ਼ੀਓਮੀਟਰ ਆ ਨਾ, ਕਰੰਟ ਐਂਡ ਇਲੈਕਟ੍ਰਿਸਿਟੀ ਦੇ ਯੂਨਿਟ ਦੇ ਵਿੱਚ ਆਇਆ ਸੀ। ਪੋਟੈਂਸ਼ੀਓਮੀਟਰ ਇਜ਼ ਏ ਬੈਟਰ ਡਿਵਾਈਸ ਦੈਨ ਵੋਲਟਮੀਟਰ। ਉਹ ਵੋਲਟਮੀਟਰ ਦੇ ਨਾਲੋਂ ਬੈਟਰ ਡਿਵਾਈਸ ਆ। ਕਿਉਂ ਬੈਟਰ ਡਿਵਾਈਸ ਆ? ਕਿਉਂਕਿ ਉਹਦਾ ਲੀਸਟ ਕਾਊਂਟ ਜਿਹੜਾ ਵਾ ਨਾ ਉਹ ਘੱਟ ਤੋਂ ਘੱਟ ਜਾਂ ਛੋਟੀ ਤੋਂ ਛੋਟੀ ਵੈਲਿਊ ਨੂੰ ਵੀ ਨੋਟ ਕਰਨ ਦੇ ਆਪਾਂ ਯੋਗ ਬਣਾ ਸਕਦੇ ਹਾਂ। ਉਹਨੂੰ ਆਪਾਂ ਆਪਣੇ ਹਿਸਾਬ ਦੇ ਨਾਲ ਕਿਸੇ ਵੀ ਪੋਟੈਂਸ਼ੀਅਲ ਡਿਫਰੈਂਸ ਨੂੰ ਨੋਟ ਕਰਨ ਵਾਸਤੇ ਬਣਾ ਸਕਦੇ ਹਾਂ। ਤੇ ਓਵਰਆਲ ਆਪਾਂ ਇਹ ਗੱਲ ਕਹਿੰਦੇ ਆ ਕਿ ਉਹ ਜ਼ਿਆਦਾ ਸੈਂਸਿਟਿਵ ਡਿਵਾਈਸ ਆ ਵੋਲਟਮੀਟਰ ਦੇ ਨਾਲੋਂ, ਤੇ ਜ਼ਿਆਦਾ ਬਿਹਤਰ ਡਿਵਾਈਸ ਆ। ਸੋ ਇਹ ਸਾਡੇ ਕੁਝ ਫਰਕ ਆ ਜਿਹਦੇ ਵਿੱਚ ਅਸੀਂ ਦੇਖਿਆ ਕਿ ਐਮੀਟਰ ਤੇ ਵੋਲਟਮੀਟਰ ਜਿਹੜੇ ਆ ਉਹ ਆਪਸ ਦੇ ਵਿੱਚ ਕਿੰਨਾ ਕਿੰਨਾ ਸਿਮਿਲੈਰਿਟੀਜ਼ ਜਾਂ ਕਿੰਨਾ ਕਿੰਨਾ ਡਿਫਰੈਂਸ ਦੇ ਨਾਲ ਜਿਹੜੇ ਆ ਉਹ ਚੱਲਦੇ ਆ। ਸੋ ਇਹਨਾਂ ਨੂੰ ਯਾਦ ਰੱਖਣਾ ਤੇ ਇਸ ਚੀਜ਼ ਵੱਲ ਵੀ ਧਿਆਨ ਜ਼ਿਆਦਾ ਦੇਣਾ ਕਿ ਇਹਨਾਂ ਨੂੰ ਆਪਾਂ ਗਲਵੈਨੋਮੀਟਰ ਤੋਂ ਬਣਾ ਕਿਵੇਂ ਸਕਦੇ ਹਾਂ। ਇਸ ਤੋਂ ਬਾਅਦ 'ਚ ਅਸੀਂ ਨੈਕਸਟ ਕਲਾਸ 'ਚ ਮਿਲਦੇ ਹਾਂ। ਧੰਨਵਾਦ।